ਉਹਨਾਂ ਕੋਠੀ ਦੇ ਵਿੱਚ ਥੜਾ ਦਿੱਤੇ मेरे पुत्र ਤੇ ਉਹਨਾਂ ਹਮਲਾ ਕਰ ਦਿੱਤਾ ਗੱਡੀ ਨਾਲ ਖਾਲ ਦੇ ਵਿੱਚ ਟਹਿ ਪਈ ਹੈ ਪੁੱਤਰ ਮੇਰਾ ਫਿਰ ਜਾ ਕੇ ਬੀਬੀਆਂ ਨੇ ਧਰੂ ਕੇ ਉੱਥੋਂ ਕੱਢਿਆ ਧਰੂ ਕੇ ਕੱਢ ਕੇ ਤੇ ਫਿਰ ਚਾਹ ਕੇ ਪਰਾਂ ਅਸੀਂ ਆਪਣੇ ਡੇਰੇ ਵੱਲ ਲੈ ਕੇ ਨੱਸ ਗਏ ਘਰ। अस्सलामुअलैकुम नाजरीन, थाना डिंगा की हदूद मोजिया सुबहान में मुखालिफिन की फायरिंग से मजरूब हाफिज उमर फारूक आज अस्पताल में दम तोड़ गया। दोनों ग्रुपों के माबैन इक़दाम कत्ल का मुकदमा चल रहा था, जिसकी इंक्वायरी के सिलसिला में ये दोनों ग्रुप मोरखा 23 मई को DPO दफ्तर इंक्वायरी के बाद वापस आ रहे थे कि एक ग्रुप जो कि साबका मुकदमे का मुद्दई है वो गांव पहले पहुंच गया और उसने जाकर जदीद असला से लैस होकर थड़ा लगा लिया। जब दूसरा ग्रुप गांव में दाखिल हुआ और अपनी रिहाइशगाह के करीब पहुंचा तो इस थड़ा लगाए मुलजिमान ने गाड़ी पर अंधाधुंध फायरिंग कर दी। ये मुतासरा ग्रुप जो एक गाड़ी में एक कार में 5 अशखास सवार थे, इनमें फायरिंग से फायर लगने से 2 अशखास शदीद ज़ख्मी हो गए। इन ज़ख्मी अफराद को तिब्बी इमदाद के लिए DHQ हॉस्पिटल गुजरात रेफ़र किया गया, जहां इनका इलाज मुआवजा जारी था। लेकिन हाफिज़ उमर फारूक आज ज़ख्मों की ताब न लाते हुए दम तोड़ गया, जबकि दूसरा मजरूब गजनफर नामी शख्स वो अभी ज़ेरे इलाज है। इस वक्त मकतूल के वरसा अपने मकतूल हाफिज उमर फारूक की डेड बॉडी पोस्टमार्टम के लिए लेकर सिविल हॉस्पिटल खारियां पहुंच चुके हैं। उनके लवाहिकीन से मिलते हैं और ये जानने की कोशिश करते हैं कि इनके माबैन क्या तनाज़ा चल रहा था और ये वाक़या कैसे पेश आया। मेरे साथ उसी मकतूल हाफिज उमर फारूक के वालिद भी मौजूद है, इनसे जानते हैं कि ये सारा वाक़या क्या था। जी अस्सलाम वालेकुम जी। वालेकुम सलाम। ये वाक़या है कि ये होया किस तरह में तुहाडे तक की गल पहुंची है? जी मैं माल पे चुकांदा अज बाहर माल चुकांदियां मैं माल वेड़े बाड़िया जी। उमर फारूक ते जफर मुश्ताक मेरा भाई ते एक मेरा भतीजा गुलफाम नाम सु, एक मुंडा जेड़ा शकील है दूजी बलादरी दा। वो 5 बंदे गड्डी विच आए, ये नकवारी भूत के जांदे पे वापस DPO साहब जी अगे उन्हें थड़ा दित्ते कलाशन को पर उन्होंने कोले अपने पिंड विच अपने पिंड विच। ठीक है। पठान भी उन्हें 2 नाल रखे। ਉਹ ਜੋ ਗੱਡੀ ਪੜਦੀ ਗਈ ਉਹਨਾਂ ਪਰਤ ਕੇ ਪਰਾਂ ਚੱਕੀ ਗੱਡੀ ਨਾਲ ਖਾਲ ਦੇ ਵਿੱਚ ਟਹਿ ਪਈ ਹੈ ਪੁੱਤਰ ਮੇਰਾ ਫਿਰ ਜਾ ਕੇ ਬੀਬੀਆਂ ਨੇ ਧਰੂ ਕੇ ਉੱਥੋਂ ਕੱਢਿਆ ਧਰੂ ਕੇ ਕੱਢ ਕੇ ਤੇ ਫਿਰ ਚਾਹ ਕੇ ਪਰਾਂ ਅਸੀਂ ਆਪਣੇ ਡੇਰੇ ਵੱਲ ਲੈ ਕੇ ਨੱਸ ਗਏ ਘਰ। ਉੱਥੋਂ ਲੈ ਕੇ ਡਿੱਗੇ ਟੁੱਟ ਗਈਆਂ ਡਿੱਗਿਆਂ 'ਚ ਲੈ ਕੇ ਤੇ ਗੁਜਰਾਤ ਪਹੁੰਚ ਗਏ। ਤੇ ਤੁਹਾਡੇ ਕਿਹੜੇ ਬੰਦੇ ਦੇ ਕਿੰਨੇ ਫਾਇਰ ਲੱਗੇ ਨੇ? ਜੀ ਉਹਦੇ 5 ਫਾਇਰ ਲੱਗੇ ਨੇ, ਜ਼ਫਰ ਤੇ ਇਹਦੇ 1 ਫਾਇਰ ਲੱਗਾ। ਤੇ ਜ਼ਫਰ ਕੀ ਲੱਗਦਾ ਤੁਹਾਡਾ? ਉਹ ਜੀ ਮੇਰੇ ਚਾਚੇ ਦਾ ਪੁੱਤਰ ਹੈ। ਚਾਚੇ ਦਾ ਪੁੱਤਰ। ਉਹਦੀ ਇਸ ਟਾਈਮ ਕੀ ਹਾਲਤ ਹੈ? ਉਹਦੀ ਹਾਲਤ ਇਸ ਵੇਲੇ ਥੋੜੀ ਜਿਹੀ ਬਿਹਤਰ ਹੈ। ਠੀਕ ਹੈ। ਉਹਦੇ ਬਾਜ਼ੂਆਂ ਵਿੱਚ ਨੇ, ਇਹ ਡੋਲਿਆਂ 'ਚ ਲੱਗੇ, ਇਹ ਮੋਢਿਆਂ ਪਰ ਪੀ, ਇਹ ਧੌਣ ਪਿੱਛੇ ਉਹਦੇ ਬਚਾਵੇਂ ਨੇ। ਮੇਰੇ ਪੁੱਤਰ ਦੇ ਲੱਗਾ ਇਹ ਪਿੱਛੋਂ ਇੱਥੋਂ ਤੇ ਪੇਟ 'ਚ ਟੁੱਟ ਗਿਆ। ਅੱਛਾ, ਇਹ ਕੀ ਇਹਨਾਂ ਨਾਲ ਤੁਹਾਡਾ ਤਨਾਜ਼ਾ ਕੀ ਹੈ ਦੂਸਰੀ ਪਾਰਟੀ ਨਾਲ ਜਿਨ੍ਹਾਂ ਨੇ ਥੜਾ ਲਾਇਆ ਸੀ? ਜੀ ਤਨਾਜ਼ਾ ਸਾਡਾ ਉਹਨਾਂ ਨਾਲ ਕੋਈ ਨਹੀਂ, ਉਹ ਸ਼ੁਰੂ ਦੀ ਸਾਡੇ ਨਾਲ ਕੋਈ ਖੜ ਬੜ ਰੱਖਦੇ, ਕੋਈ ਐਨੇ ਪੈਸੇ ਵਾਲੇ। ਅੱਛਾ। ਵਰਿਆਮੀ ਦਾ ਜ਼ੋਰ ਰੱਖਦੇ ਤੇ ਉਹ ਤੂੰ ਮੈਂ ਦੀ ਲੜਾਈ ਪੈ ਜਾਂਦੀ ਸਾਡੀ ਤੇ ਇੰਜ ਖੈਰ ਖਰਾਈ ਦੀ ਪਾਉਂਦੀ ਰਹੀ ਹੈ। ਹੁਣ ਆ ਕੇ ਉਹਨਾਂ ਸਾਡੇ ਤੇ ਹਮਲਾ ਕਰ ਦਿੱਤਾ। ਅੱਗੇ ਮੁੰਡਾ ਜਿਸ ਤਾਰੀਖ ਤੋਂ ਕਹਿ ਰਹੇ ਹੋ ਵਾਪਸ ਘਰ ਆ ਰਿਹਾ ਸੀ, ਉਹ ਕਿਸ ਕੇਸ ਦੀ ਸੀ? ਜੀ ਉਹ ਆਈ ਸਾਡੇ ਜਲਸਾ ਚੋਰੀ ਜਾਜ਼ ਰਹਿਣੇ ਵਾਲੇ ਦਾ। ਠੀਕ ਹੈ। ਜਲਸੇ ਤੇ ਜਿਸੇ ਚੋਰੀ ਜਾਜ਼ਰੀ ਪੜੇ ਨੇ ਉਹਨਾਂ ਫਾਇਰਿੰਗ ਸ਼ੁਰੂ ਕਰ ਦਿੱਤੀ। ਅੱਗੂ ਜਵਾਬ ਕਾਰਵਾਈ 2 ਮੁੰਡਿਆਂ ਫਾਇਰ ਕੀਤੇ ਨੇ, ਉਹਨਾਂ ਦੇ ਬੰਦੇ ਦੇ ਲੱਤ 'ਚ ਫਾਇਰ ਲੱਗ ਗਿਆ। ਉਹ ਫਾਇਰ ਲੱਗਾ ਤੇ ਉਹ ਬੰਦਾ ਠੀਕ ਠਾਕ ਬਚ ਗਿਆ। ਉਹਨਾਂ ਸਾਡੇ ਤੇ ਹਮਲਾ ਕੀਤਾ, ਸਾਡਾ ਅੱਜ ਮਰ ਗਿਆ। ਹੁਣ ਤੁਸੀਂ 324 ਦਾ ਪਰਚਾ ਵੀ ਦਿੱਤੇ ਆ, ਜਿਹੜੇ ਤੁਹਾਡੇ ਮੁਲਜ਼ਮ ਨੇ ਮੁਜਰਮ ਨੇ ਉਹ ਗ੍ਰਿਫਤਾਰ ਨੇ ਜਾਂ ਆਜ਼ਾਦ ਨੇ? ਜੀ ਕੋਈ ਨਹੀਂ, ਇਹ ਤੁਹਾਡੀ ਕੋਈ ਨਹੀਂ, ਕੋਈ गिरफ्तार ही नहीं होया या उन्होंने जमानत ले ली ने ਤੁਹਾਡੇ ਤੱਕ? ਕੀ ਕਿਉਂ ਬੰਦਿਆਂ ਜ਼ਮਾਨਤਾਂ ਲੈ ਲਈਆਂ ਨੇ, ਦੂਜੇ ਸਾਰੇ ਹੀ ਆਜ਼ਾਦ ਨੇ। ਕਿਤਨੇ ਨਾਮਜ਼ਦ ਕਿਤਨੇ ਨੇ ਤੁਹਾਡੇ? ਨਾਮਜ਼ਦ ਨੇ ਮੇਰੇ ਖਿਆਲ 11 ਬੰਦੇ ਨੇ। 11 ਬੰਦੇ, 4 ਨੇ ਜ਼ਮਾਨਤਾਂ ਲੈ ਲਈਆਂ, ਬਾਕੀਆਂ ਤੇ ਕੋਈ ਰੇਡ ਹੀ ਨਹੀਂ ਹੋਇਆ। ਰੇਡ ਹੀ ਨਹੀਂ ਹੋਈ ਹੈ, ਤੜੀ ਹੋਇਆ। ਭਾਈਜਾਨ ਵਾਕਿਆ ਕੋਈ ਇਹਨਾਂ ਦਾ ਜ਼ਾਤੀ ਕੋਈ ਦੁਸ਼ਮਣੀ ਨਹੀਂ ਸੀ, ਜ਼ਾਤੀ ਨਾ ਨਹੀਂ ਸੀ, ਛੋਟੀ ਮੋਟੀ ਰੰਜਿਸ਼ ਸੀ, ਸਿਆਸਤ ਦੇ ਬੇਸ ਤੇ ਕੰਮ ਸਟਾਰਟ ਹੋਇਆ ਜੀ। ਤੇ ਹਾਫਿਜ਼ ਉਮਰ ਫਾਰੂਕ ਜਿਹੜਾ ਮੇਰੇ ਕੋਲ ਤਕਰੀਬਨ 7 ਸਾਲ ਤੋਂ ਡਰਾਈਵਰ ਹੈ, ਮਿਹਨਤ ਮਜ਼ਦੂਰੀ ਆਪਣੇ ਕਰਦੇ ਨੇ। ਉਹਨਾਂ ਦੇ ਛੋਟੇ ਭਾਈ ਨੇ, ਉਹਨਾਂ ਦੇ ਵਾਲਦ ਸਾਹਿਬ ਨੇ। ਜੋ ਇਹਨਾਂ ਨਾਲ ਹੋਇਆ ਸਰਾਸਰ ਜ਼ਿਆਦਤੀ ਹੈ ਭਾਈਜਾਨ। ਸਾਡੀ ਅੱਲਾ ਕੌਮ ਅੱਗੇ ਅਪੀਲ ਹੈ ਕਿ ਇਸ ਘਰ ਨਾਲ, ਇਸ ਖਾਨਦਾਨ ਨਾਲ, ਇਹਨਾਂ ਦੀਆਂ ਛੋਟੀਆਂ ਭੈਣਾਂ ਭਾਈਆਂ ਨਾਲ
ਇਹਨਾਂ ਨਾਲ ਇਨਸਾਫ ਕੀਤਾ ਜਾਏ। ਜਿਸ ਤਰ੍ਹਾਂ ਕਿ ਹੁਣ ਅੱਗੇ ਇਤਨੇ ਰੰਜਿਸ਼ ਨਹੀਂ ਸੀ ਤੇ ਇਹਨਾਂ ਨੂੰ ਇਹਨਾਂ ਨਾਲ ਵਕੂਆ ਪੇਸ਼ ਹੋ ਗਿਆ। ਹੁਣ ਇਹ ਛੋਟਾ ਉਹਨਾਂ ਦਾ ਭਾਈ ਆ, ਬਜ਼ੁਰਗ ਨੇ, ਇਹਨਾਂ ਨੂੰ ਵੀ ਹੁਣ ਖਤਰਾ ਹੈ ਕਿ ਇਹ ਹੁਣ ਜਿਸ ਦਿਨ ਦਾ ਮਾਮਲਾ ਚੱਲ ਰਿਹਾ ਨੇ ਪਿੰਡ ਨਹੀਂ ਆਪਣੇ ਜਾ ਰਹੇ, ਇਹਨਾਂ ਬਿਲਕੁਲ ਪਿੰਡ ਤੋਂ ਬਾਹਰ ਰਹਿੰਦੇ ਨੇ ਪਏ। ਔਰ ਇਹਨਾਂ ਤੇ ਝੂਠਾ ਆਲਰੇਡੀ ਅੱਗੇ ਮੁਕੱਦਮਾ ਵੀ ਦਰਜ ਹੋਇਆ ਹੈ, ਜਿਹਦੇ ਵਿੱਚ ਇਹਨਾਂ ਦਾ ਇੱਕ ਬੇਟਾ ਇਹ ਵੀ ਜੇਲ੍ਹ ਵਿੱਚ ਹੈ, ਹਾਫਿਜ਼ ਸਗਮਾ ਜੇਲ੍ਹ ਵਿੱਚ ਹੋ ਗਿਆ, ਬਜ਼ੁਰਗ ਸਾਡੇ ਜੇਲ੍ਹ ਵਿੱਚ ਰਹੇ ਨੇ। ਤੇ ਹੁਣ ਇਹ ਭਾਈ ਨੇ ਤੁਹਾਡੇ ਸਾਹਮਣੇ ਬਿਲਕੁਲ ਜਵਾਨ ਮੌਤ ਹੈ। ਅੱਲਾਹ ਪਾਕ ਇਹਨਾਂ ਦੇ ਮਾਂ-ਬਾਪ ਨੂੰ ਸਬਰ ਦੇ। ਸਾਡੀ ਆਲਾ ਅਫਸਰਾਨ ਅੱਗੇ ਡਿੰਗਾ SHO ਸਾਹਿਬ ਅੱਗੇ, DSP ਸਾਹਿਬ ਅੱਗੇ, DPO ਸਾਹਿਬ, RPO ਸਾਹਿਬ ਅੱਗੇ, IG ਸਾਹਿਬ ਅੱਗੇ, DIG ਸਾਹਿਬ ਅੱਗੇ ਰਿਕੁਐਸਟ ਹੈ, ਵਜ਼ੀਰ ਆਲਾ ਹੁਕਾਮ ਅੱਗੇ ਰਿਕੁਐਸਟ ਹੈ ਕਿ ਇਹਨਾਂ ਦੇ ਨਾਲ ਇਹਨਾਂ ਦੀ ਮਦਦ ਕੀਤੀ जाए, ਇਹਨਾਂ ਨਾਲ ਇਨਸਾਫ ਕੀਤਾ जाए जो बनता है। जी नाजरीन, मकतूल के वरसा की ज़ुबानी भी आपने सुना कि जो मकतूल के वरसा हैं वो ये कह रहे हैं कि इनका ये तनाज़ा एक सियासी रैली से शुरू हुआ था, जो आज देखें एक कीमती जान ले गया। जो इस केस के आईओ हैं सब इंस्पेक्टर तनवीर असगर साहब, वो ये बता रहे थे कि इनका पुराना ये तनाज़ा चल रहा है और इससे पहले भी इन जो दूसरा फरीक है उन्होंने इन पर 324 की FIR करवाई हुई है, जबकि अभी रिसेंटली इनकी तरफ से भी 324 की FIR दूसरी पार्टी पर लॉन्च की गई थी, दूसरी पार्टी पर दर्ज करवाई गई थी। अब चूँकि ये कत्ल हो चुका है, अब उसी FIR को ज़ाहिर है 302 की FIR में कन्वर्ट कर दिया जाएगा। तो अभी पुलिस का ये कहना था कि हम मज़ीद नफरी तलब कर रहे हैं, अभी इनको तहफ़्फ़ुज़ फराहम करके मकतूल का जो जनाजा है वो करवाया जाएगा और मुलज़िमान जो हैं उनकी गिरफ्तारी के लिए छापे मारकर उनकी गिरफ्तारी को यकीनी बनाया जाएगा। इसके साथ अपने मेज़बान अली अकबर और जब्बार सागर को दीजिए इजाज़त। आपसे फिर होगी मुलाकात। अल्लाह हाफ़िज़।